ਮਹੱਲਾ ਪਹਿਲਾ ਥਿਤੀ ਕਰ ਦਸਵਾ ਜਤ। ਬਿਲਾਵਲ ਰਾਗ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਥਿਤੀ। ਗੁਰਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰਬਾਣੀ ਦੇ ਨਾਲ ਸਾਨੂੰ ਜੋੜ ਕਰਕੇ ਵਹਿਮਾਂ ਭਰਮਾਂ ਤੋਂ ਦੂਰ ਕਰਦੇ ਨੇ। ਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਜਰੀਏ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ ਹੈ। ਸਾਡੇ ਅੰਦਰ ਵਹਿਮ ਭਰਮ ਨੇ, ਕਿਤੇ ਵਾਰ ਦੇ ਅੱਜ ਮੰਗਲਵਾਰ ਹੈ, ਅੱਜ ਵੀਰਵਾਰ ਹੈ, ਅੱਜ ਸ਼ੁੱਕਰਵਾਰ ਹੈ, ਅੱਜ ਆਹ ਕੰਮ ਕਰਨਾ ਹੈ, ਇਹ ਕੰਮ ਅੱਜ ਨਹੀਂ ਕਰਨਾ, ਇਸ ਨੂੰ ਬੁੱਧਵਾਰ ਕਰਾਂਗੇ, ਇਸ ਕੰਮ ਨੂੰ ਐਤਵਾਰ ਕਰਾਂਗੇ। ਇਸ ਤਰ੍ਹਾਂ ਦੇ ਕਈ ਵਹਿਮ ਭਰਮ ਨੇ ਵਾਰਾਂ ਨੂੰ ਲੈ ਕੇ। ਇਸੇ ਤਰ੍ਹਾਂ 14 ਥਿੱਤਾਂ ਹਨ। ਇਹ ਮੱਸਿਆ ਤੋਂ ਸ਼ੁਰੂ ਹੁੰਦੀਆਂ ਨੇ, ਪੂਰਨਮਾਸੀ ਤੱਕ 15ਵੀਂ ਥਿੱਤ, ਤੇ ਫਿਰ ਅੱਗੇ ਏਕਮ ਦੂਜ ਤੀਜ, ਇਹ ਫਿਰ ਅੱਗੇ ਮੱਸਿਆ ਤੱਕ 15 ਫੇਰ ਹੋ ਜਾਂਦੀਆਂ ਨੇ। ਇਹਨਾਂ ਥਿੱਤਾਂ ਦੇ ਵੀ ਕਈ ਪ੍ਰਕਾਰ ਦੇ ਵਹਿਮ ਭਰਮ ਬਣੇ ਹੋਏ ਨੇ। ਇਹ ਏਕਮ ਨੂੰ ਕਰਨਾ, ਦੂਜ ਨੂੰ ਨਹੀਂ ਕਰਨਾ, ਇਹ ਦੂਜ ਨੂੰ ਕਰਨਾ, ਤੀਜ ਨੂੰ ਨਹੀਂ ਕਰਨਾ। ਤੇ ਗੁਰਬਾਣੀ ਦੇ ਨਾਲ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਇਹਨਾਂ ਸਾਰੇ ਪ੍ਰਕਾਰ ਦੇ ਵਹਿਮਾਂ ਭਰਮਾਂ ਤੋਂ ਦੂਰ ਕਰਦੇ ਨੇ। ਬਿਲਾਵਲ ਮਹੱਲਾ ਪਹਿਲਾ ਪਾਵਨ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ। ਥਿਤੀ, ਇਹਦੇ ਵਿੱਚ ਜੋ ਥਿੱਤਾਂ ਨੇ ਇਹ ਚੰਦ ਦੇ ਹਿਸਾਬ ਦੇ ਨਾਲ ਹੁੰਦੀਆਂ ਨੇ। ਏਕਮ ਦੂਜ ਤੀਜ ਆਖਦੇ ਨੇ ਇਹਨਾਂ ਨੂੰ। ਇਹ ਸ਼ੁੱਧ ਪਾਠ ਥਿੱਤੀ ਹੀ ਹੈ। ਕਈ ਆਮ ਬੋਲੀ ਦੇ ਵਿੱਚ ਇਹਨੂੰ ਤਿੱਥ ਵੀ ਆਖ ਦਿੰਦੇ ਨੇ। ਗੁਰਬਾਣੀ ਦੇ ਅੰਦਰ ਤਿੱਥ ਕਿਤੇ ਨਹੀਂ ਲਿਖਿਆ ਮਿਲਦਾ। ਅਸੀਂ ਆਮ ਬੋਲੀ ਦੇ ਵਿੱਚ ਜਾ ਕੇ ਇਹ ਸ਼ਬਦ ਨੂੰ ਗਲਤ ਪੜ੍ਹਦੇ ਹਾਂ, ਗਲਤ ਬੋਲਦੇ ਹਾਂ। ਥੱਥਾ ਪਹਿਲੂ ਬੋਲਣਾ ਤੇ ਥੱਤਾ ਫਿਰ ਬੋਲਣਾ, ਫਿਰ ਸ਼ੁੱਧ ਪਾਠ ਹੈ ਥਿੱਤੀ। ਜਪਜੀ ਸਾਹਿਬ ਦੇ ਅੰਦਰ ਵੀ ਆਉਂਦਾ ਥਿੱਤ ਵਾਰ ਨਾ ਜੋਗੀ ਜਾਣੇ, ਉੱਥੇ ਵੀ ਕਈ ਟਪਲਾ ਖਾ ਲੈਂਦੇ ਨੇ, ਤਿੱਥ ਵਾਰ ਆਖ ਦਿੰਦੇ ਨੇ। ਸ਼ੁੱਧ ਪਾਠ ਹੈ ਜਿਹੜਾ ਇਹ ਥਿੱਤੀ ਹੈ, ਪਹਿਲੂ ਥੱਤਾ ਹੈ ਫਿਰ ਤੱਤਾ ਬੋਲਣਾ ਹੈ। ਘਰ 10ਵਾਂ, ਸੁਰ ਤਾਲ ਦੇ 10ਵੇਂ ਘਰ ਦੇ ਅੰਦਰ ਇਹ 20 ਪੌੜੀਆਂ ਦਾ ਸ਼ਬਦ ਹੈ। ਧੰਨ ਗੁਰੂ ਮਹਾਰਾਜ ਜੀ ਨੇ ਗਾਇਨ ਕੀਤਾ ਹੈ। ਜਤ, ਜਤ ਦਾ ਅਰਥ ਇੱਕ ਵਿਸ਼ਰਾਮ ਹੁੰਦਾ ਹੈ। ਜਤ ਦਾ ਅਰਥ ਦੂਸਰਾ ਛੰਦ ਦੀ ਚਾਲ ਵੀ ਹੈ। ਜਤ ਦਾ ਅਰਥ ਜਤ ਗਤ। ਇਹ ਜੋ ਮਰਦੰਗ ਵੱਜਦਾ ਹੈ ਨਾ, ਉਹਦੇ ਹਿਸਾਬ ਦੇ ਨਾਲ ਵੀ ਇਹਦਾ ਇੱਕ ਨਿਰਣਾ ਕੀਤਾ ਗਿਆ। ਮੈਂ ਉਸ ਪਾਸੇ ਨਾ ਜਾਵਾਂ ਕਿਉਂਕਿ ਉਹ ਰਾਗੀ ਸਿੰਘਾਂ ਦਾ ਕੰਮ ਹੈ, ਉਹਨਾਂ ਨੂੰ ਜ਼ਿਆਦਾ ਉਹ ਸਮਝਣ ਦੀ ਲੋੜ ਹੈ। ਜਤ ਗਤ ਤੇ ਸਾਥ, ਇਹ ਤਿੰਨ ਆਉਂਦੇ ਨੇ ਉੱਧਰ, ਪਰ ਮੈਂ ਉਹ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਇਹ ਸਿੰਘਾਂ ਦਾ ਕਰਮ ਹੈ। ਆਪਾਂ ਸਿਰਫ ਇਹ ਸਮਝਣਾ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਨਾ ਇੱਥੇ ਜੋ ਮਰਦੰਗ ਦੀ ਚਾਲ ਹੈ ਉਹਦੇ ਅਨੁਸਾਰ ਵੀ ਇਹ ਸ਼ਬਦ ਦੇ ਅੰਦਰ ਕਿਰਪਾ ਕੀਤੀ, ਸਾਨੂੰ ਸੋਝੀ ਦਿੱਤੀ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ ਚਿਤ ਆਨੰਦ। ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਏਕਮ ਏਕੰਕਾਰ ਨਿਰਾਲਾ। ਧੰਨ ਗੁਰੂ ਨਾਨਕ ਦੇਵ ਜੀ ਨੇ ਏਕਮ ਤੋਂ ਸ਼ੁਰੂ ਕੀਤਾ ਹੈ। ਥਿੱਤਾਂ ਨੇ ਜਿਹੜੀਆਂ, ਇਹਨਾਂ ਨੂੰ ਜਰੀਆ ਬਣਾ ਕੇ ਗੁਰੂ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਕਿਉਂਕਿ ਕਈਆਂ ਦੇ ਅੰਦਰ ਵਹਿਮ ਭਰਮ ਹੈ ਤੇ ਉਹ ਥਿੱਤਾਂ ਦੇ ਹਿਸਾਬ ਦੇ ਨਾਲ ਵਰਤ ਵੀ ਰੱਖਦੇ ਨੇ।
ਏਕਮ ਵਾਲੇ ਦਿਨ ਇੱਕ ਬੁਰਕੀ ਖਾਣੀ ਹੈ, ਦੂਜ ਵਾਲੇ ਦਿਨ 2 ਖਾਣੀਆਂ ਨੇ, ਤੀਜ ਵਾਲੇ ਦਿਨ 3 ਬੁਰਕੀਆਂ ਖਾਣੀਆਂ ਨੇ, ਚੌਥ ਵਾਲੇ ਦਿਨ 4 ਬੁਰਕੀਆਂ ਖਾਣੀਆਂ ਨੇ, ਤੇ 15 ਵਾਲੇ ਦਿਨ ਜਾਂ 14 ਵਾਲੇ ਦਿਨ ਫਿਰ ਰੱਜ ਕੇ ਪ੍ਰਸ਼ਾਦਾ ਛਕ ਲੈਣਾ। ਫਿਰ ਜਿਵੇਂ ਜਿਵੇਂ ਅੱਗੇ ਚੰਦ ਘਟਦਾ ਜਾਂਦਾ ਹੈ, ਉਵੇਂ ਉਵੇਂ ਫਿਰ ਇਹ ਬੁਰਕੀਆਂ ਜਿਹੜੀਆਂ ਨੇ ਇਹ ਘਟਾਈ ਜਾਣੀਆਂ ਨੇ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇਸ ਤਰ੍ਹਾਂ ਦੇ ਜਿਹੜੇ ਵਹਿਮ ਭਰਮ ਨੇ ਉਹਨਾਂ ਤੋਂ ਸਾਨੂੰ ਦੂਰ ਕਰ ਰਹੇ ਨੇ। ਗੁਰੂ ਮਹਾਰਾਜ ਜੀ ਦੱਸਦੇ ਨੇ ਏਕਮ ਪਹਿਲੀ ਥਿਤ ਹੈ, ਤੇ ਇਸ ਨੂੰ ਸਿਧਾਂਤ ਬਣਾ ਕੇ ਏਕ ਓਂਕਾਰ ਨਿਰਾਲਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਉਹ ਪਰਮਾਤਮਾ ਸੱਚਾ ਸਤਿਗੁਰੂ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਇੱਕ ਓਂਕਾਰ ਗੁਰਬਾਣੀ ਦੇ ਅੰਦਰ ਬੀਜ ਮੰਤਰ ਦੇ ਰੂਪ ਦੇ ਵਿੱਚ ਦਰਜ ਕੀਤਾ ਹੈ, ਤੇ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਇੱਕ ਓਂਕਾਰ ਦਾ ਵੀ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਨਿਰਾਲਾ। ਉਹ ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਵੱਖਰਾ ਹੈ। ਮੈਂ ਇੱਕ ਵਾਰੀ ਫਿਰ ਥੋੜ੍ਹਾ ਦੱਸਣਾ ਕਰਾਂਗਾ, ਜੇ ਆਪਾਂ ਨੂੰ ਪ੍ਰਾਰੰਭਤਾ ਦੇ ਵਿੱਚ ਸਮਝ ਆ ਗਈ ਨਾ, ਫਿਰ ਅੱਗੇ ਆਪਾਂ ਸੁਖੈਨ ਢੰਗ ਦੇ ਨਾਲ ਤੁਰੇ ਚੱਲਾਂਗੇ ਤੇ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਸਮਝ ਆਉਂਦੀ ਜਾਏਗੀ। ਜਿਵੇਂ ਵੇਖੋ 12 ਮਹੀਨੇ ਨੇ, 12 ਮਹੀਨਿਆਂ ਨੂੰ ਗੁਰੂ ਮਹਾਰਾਜ ਜੀ ਨੇ ਸਿਧਾਂਤ ਬਣਾਇਆ। ਜਿਵੇਂ ਪਹਿਲਾ ਮਹੀਨਾ ਚੇਤ ਦਾ, ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਚੇਤਕ ਦਾ ਮਹੀਨਾ ਆ ਗਿਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰੂ ਨੂੰ ਤੂੰ ਚੇਤੇ ਕਰ, ਤੈਨੂੰ ਆਨੰਦ ਹੀ ਆਨੰਦ ਬਣਿਆ ਰਹਿਣਾ, ਖੁਸ਼ੀਆਂ ਖੁਸ਼ੀਆਂ ਬਣੀਆਂ ਰਹਿਣੀਆਂ ਨੇ। ਭਾਵ ਕਿਸੇ ਪ੍ਰਕਾਰ ਦਾ ਵਹਿਮ ਭਰਮ ਨਾ ਕਰ, ਉਸ ਪਰਮਾਤਮਾ ਦਾ ਨਾਮ ਜਪ, ਉਸ ਦੇ ਨਾਮ ਤੋਂ ਹੀ ਤੈਨੂੰ ਖੁਸ਼ੀਆਂ ਮਿਲਣੀਆਂ ਨੇ। ਇਹ ਚੇਤ ਮਹੀਨੇ ਨੂੰ ਸਿਧਾਂਤ ਬਣਾ ਕੇ ਸੱਚੇ ਸਤਿਗੁਰੂ ਨੇ ਸਾਨੂੰ ਨਾਮ ਜਪਣ ਦੇ ਨਾਲ ਜੋੜਿਆ, ਸਿਮਰਨ ਕਰਨ ਦੇ ਨਾਲ ਜੋੜਿਆ, ਵੀ ਇਸ ਤਰ੍ਹਾਂ ਨਾਮ ਜਪ ਕੇ ਸਿਮਰਨ ਕਰਕੇ ਪ੍ਰਭੂ ਪਰਮਾਤਮਾ ਦੇ ਨਾਲ ਅਸੀਂ ਜੁੜੇ ਰਹੀਏ। ਉਸੇ ਤਰ੍ਹਾਂ ਏਕਮ ਥਿਤ ਨੂੰ ਲੈ ਕੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਇਸ ਸਿਧਾਂਤ ਦੇ ਨਾਲ ਗਿਆਨ ਦਿੰਦੇ ਨੇ ਕਿ ਜੋ ਭਾਈ ਏਕਮ ਦਾ ਸਾਡੇ ਅੰਦਰ ਕੋਈ ਵਹਿਮ ਭਰਮ ਹੈ, ਕਈਆਂ ਥਾਵਾਂ ਤੇ ਕਈ ਲੋਕ ਨੇ ਜਿਹੜੇ ਉਹ ਏਕਮ ਵਾਲੇ ਦਿਨ ਤੇ ਦੂਜ ਵਾਲੇ ਦਿਨ ਚੰਦ ਦੇ ਦਰਸ਼ਨ ਹੀ ਨਹੀਂ ਕਰਦੇ। ਏਕਮ ਵਾਲੇ ਦਿਨ ਤਾਂ ਵੈਸੇ ਵੀ ਤਾਰ ਜੀ ਹੁੰਦੀ, ਛੋਟਾ ਜਿਹੀ ਇਹ ਤਾਰ ਜੀ ਤਰ੍ਹਾਂ ਹੀ ਆਕਾਸ਼ ਦੇ ਵਿੱਚ ਚਮਕਦਾ ਹੈ। ਦੂਜ ਵਾਲੇ ਦਿਨ ਉਹ ਦਰਸ਼ਨ ਨਹੀਂ ਕਰਦੇ। ਤੇ ਦਾਸ ਨੇ ਵੀ ਕਿਸੇ ਜੰਤਰੀ ਦੇ ਵਿੱਚ ਲਿਖਿਆ ਹੋਇਆ ਪੜ੍ਹਿਆ ਸੀ, ਕਹਿੰਦੇ ਜੇ ਭਾਦਰੋਂ ਦੇ ਮਹੀਨੇ ਦੇ ਵਿੱਚ ਦੂਜ ਦੇ ਚੰਦ ਦੇ ਦਰਸ਼ਨ ਹੋ ਜਾਣ ਨਾ, ਤੇ ਫਿਰ ਭਾਦਰੋਂ ਦਾ ਮਹੀਨਾ ਸਾਰਾ ਇਹਨਾਂ ਜਿਹੜਾ ਬੜਾ ਔਖਾ ਕੱਟੀਦਾ ਹੈ। ਸੋ ਇਸ ਤਰ੍ਹਾਂ ਦੇ ਹੋਰ ਵੀ ਕਈ ਵਹਿਮ ਭਰਮ ਹੋਣਗੇ, ਮੇਰੇ ਧਿਆਨ ਦੇ ਵਿੱਚ ਨਹੀਂ ਆ ਰਹੇ। ਇਹ ਸਾਰੇ ਵਹਿਮਾਂ ਭਰਮਾਂ ਤੋਂ ਗੁਰੂ ਮਹਾਰਾਜ ਜੀ ਦੂਰ ਕਰਦੇ ਨੇ। ਇੱਕ ਓਂਕਾਰ ਨਿਰਾਲਾ, ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਤੋਂ ਵੱਖਰਾ ਹੈ, ਨਿਰਾਲਾ ਹੈ। ਨਿਰਾਲਾ ਦਾ ਅਰਥ ਆਪ ਚੰਗੀ ਭਾਂਤ ਜਾਣਦੇ ਹੋ, ਜਿਹੜਾ ਕਿਸੇ ਦੇ ਨਾਲ ਨਿਰ ਆਲਾ, ਨਿਰ ਦਾ ਅਰਥ ਹੁੰਦਾ ਨਹੀਂ, ਤੇ ਆਲਾ ਦਾ ਅਰਥ ਹੁੰਦਾ ਹੈ ਘਰ। ਜਿਵੇਂ ਨਿਰਭਉ, ਜਿਸ ਦੇ ਅੰਦਰ ਭਉ ਨਹੀਂ, ਉਸੇ ਤਰ੍ਹਾਂ ਨਿਰ ਆਲਾ, ਉਹਦਾ ਕੋਈ ਖਾਸ ਟਿਕਾਣਾ ਨਹੀਂ, ਖਾਸ ਘਰ ਨਹੀਂ। ਨਿਰਾਲਾ ਦਾ ਅਰਥ ਹੁੰਦਾ ਜਿਹੜਾ ਨਿਰਾਲਾ ਹੋਵੇ, ਜਿਸ ਦਾ ਕੋਈ ਖਾਸ ਟਿਕਾਣਾ, ਖਾਸ ਘਰ ਨਾ ਹੋਵੇ, ਜੋ ਸਾਰਿਆਂ ਦੇ ਵਿੱਚ ਵਿਆਪਕ ਹੋਵੇ, ਉਸ ਨੂੰ ਵੀ ਨਿਰਾਲਾ ਆਖਦੇ ਨੇ। ਤੇ ਨਿਰਾਲਾ ਦਾ ਅਰਥ ਫਿਰ ਵੱਖਰਾ ਵੀ ਕਰ ਲੈਂਦੇ ਨੇ ਵੀ ਇਹ ਬਰਾਦਰੀ ਦੇ ਨਾਲੋਂ ਨਿਰਾਲਾ ਰਹਿੰਦਾ ਹੈ, ਦੂਜਿਆਂ ਦੇ ਨਾਲੋਂ ਨਿਰਾਲਾ ਵੱਖਰਾ ਰਹਿੰਦਾ ਹੈ, ਕਿਸੇ ਦੇ ਨਾਲ ਇਹਦਾ ਕੋਈ ਖਾਸ ਟਿਕਾਣਾ ਨਹੀਂ। ਸੋ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਸ ਪਰਮਾਤਮਾ ਦਾ ਨਾਮ ਜਪੀਏ। ਸੱਚਾ ਸਤਿਗੁਰ ਜੋ ਇਸ ਪ੍ਰਕਾਰ ਦੇ ਸਾਰੇ ਵਹਿਮਾਂ ਭਰਮਾਂ ਤੋਂ ਵਖਰੇਵੇਂ ਵਾਲਾ ਹੈ ਜੀ। ਅਮਰ ਅਜੂਨੀ ਜਾਤ ਨਾ जाला। ਅੱਗੇ ਉਸ ਪਰਮਾਤਮਾ ਦੀ ਵਡਿਆਈ ਕਰਦੇ ਨੇ। ਅਮਰ, ਉਹ ਨਾ ਜੰਮਦਾ ਤੇ ਨਾ ਮਰਦਾ ਹੈ। ਅਮਰ ਜੋ ਸਦੀਵੀ ਹੈ, ਸਤ ਸਰੂਪ ਹੈ। ਅਜੂਨੀ, ਕਿਸੇ ਵੀ ਜੂਨ ਦੇ ਵਿੱਚ ਨਹੀਂ। ਇਹ ਵੀ ਨਹੀਂ ਵੀ ਕੋਈ ਖਾਸ ਜੂਨ ਦੇ ਵਿੱਚ, ਉਸ ਜੂਨ ਦੇ ਵਿੱਚ ਆਇਆ ਹੋਇਆ ਉਹ ਨਹੀਂ ਮਰਦਾ। ਕੋਈ ਖਾਸ ਜੂਨ ਨਹੀਂ, ਕਿਸੇ ਜੂਨੀ ਦੇ ਵਿੱਚ ਨਹੀਂ। ਜਾਤ ਨਾ जाला, ਜਾਤ ਉਹ ਕਿਸੇ ਜਾਤੀ ਪਾਤੀ ਦੇ ਵਿੱਚ ਵੀ ਨਹੀਂ ਆਉਂਦਾ। ਜਾਤੀਆਂ ਜਿਹੜੀਆਂ ਨੇ ਇਹ ਮਨੁੱਖਾਂ ਦੁਆਰਾ ਬਣਾਈਆਂ ਗਈਆਂ ਨੇ। ਇਹ ਜਾਤੀਆਂ ਦਾ ਜਿਹੜਾ ਜਨਮਦਾਤਾ ਹੈ ਨਾ, ਇਹ ਮਨੋਂ ਲਿਖੀ ਹੋਇਆ ਹੈ। ਇੱਕ
ਉਹਨੇ ਜਾਤੀਆਂ ਦੇ ਵਿੱਚ ਵੰਡਿਆ ਸੀ। ਵੰਡਿਆ ਤਾਂ ਸੀ ਉਹਨੇ ਕੁਝ ਹੋਰ ਹਿਸਾਬ ਦੇ ਨਾਲ, ਪਰ ਅਸੀਂ ਲੋਕਾਂ ਜਿਹੜੇ ਅਸੀਂ ਅਸਲੀਅਤ ਦੇ ਨਾਲੋਂ ਟੁੱਟ ਕੇ ਤੇ ਨਕਲ ਦੇ ਨਾਲ, ਭਾਵ ਇਸ ਤਰ੍ਹਾਂ ਦੇ ਢੰਗ ਤਰੀਕਿਆਂ ਨੂੰ ਅਪਣਾ ਲੈਂਦੇ ਹਾਂ ਜਿਨ੍ਹਾਂ ਦੇ ਵਿੱਚ ਸਾਨੂੰ ਕੁਝ ਖਾਸ ਲਾਭ ਹੁੰਦਾ ਹੋਵੇ। ਜਿਵੇਂ ਦਾਸ ਵੀ ਕਈ ਵਾਰੀ ਕਥਾ ਕਰਦਾ, ਆਪ ਜੀ ਦੇ ਨਾਲ ਵਚਨ ਕਰ ਲੈਂਦਾ ਹੈ, ਭਾਈ ਵੇਖਿਓ ਕਿਤੇ ਇਹਦਾ ਅਰਥ ਨਾ ਤੁਸੀਂ ਇਸ ਤਰ੍ਹਾਂ ਨਾ ਸਮਝ ਲਈਓ। ਸਹੀ ਢੰਗ ਤੇ ਤਰੀਕਾ ਜਿਹੜਾ ਉਹ ਇਸ ਪ੍ਰਕਾਰ ਹੈ। ਮਨੂ ਨੇ ਇੱਕ ਸਿਮਰਤੀ ਲਿਖੀ ਜਿਹਨੂੰ ਮਨੂ ਸਿਮਰਤੀ ਆਖਿਆ ਜਾਂਦਾ ਹੈ। 27 ਸਿਮਰਤੀਆਂ ਦੇ ਵਿੱਚੋਂ ਇੱਕ ਸਿਮਰਤੀ ਹੈ, ਤੇ ਇਸੇ ਮਨੂ ਸਿਮਰਤੀ ਦੇ ਅੰਦਰ ਹੀ ਇਹ ਜੋ ਜਾਤੀਆਂ ਨੇ ਇਹਨਾਂ ਨੂੰ ਵੰਡਿਆ ਗਿਆ ਹੈ। ਮਨੂ ਰਿਖੀ ਜਦੋਂ ਸੰਸਾਰ ਦੇ ਵਿੱਚ ਇਸ ਤਰ੍ਹਾਂ ਵਿਚਰ ਰਿਹਾ ਸੀ, ਉਹਨੇ ਵੇਖਿਆ ਵੀ ਸੰਸਾਰ ਦੇ ਅੰਦਰ ਮਨੁੱਖ ਨੇ ਜਿਹੜੇ ਇਹ 4 ਪ੍ਰਕਾਰ ਦੇ ਨੇ। ਸੰਸਾਰ ਦੇ ਅੰਦਰ ਮਨੁੱਖ ਨੇ ਜਿਹੜੇ 4 ਪ੍ਰਕਾਰ ਦੇ ਨੇ। ਕੁਝ ਇਸ ਤਰ੍ਹਾਂ ਦੇ ਮਨੁੱਖ ਨੇ, ਉਹ ਸਾਰਾ ਦਿਨ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੱਗੇ ਰਹਿੰਦੇ ਨੇ। ਉਹਨਾਂ ਦੇ ਦਿਮਾਗ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਜੋ ਵਿਚਾਰਾਂ ਚੱਲਦੀਆਂ ਨੇ ਉਹ ਬ੍ਰਹਮ ਦੀਆਂ ਚੱਲਦੀਆਂ ਰਹਿੰਦੀਆਂ ਨੇ। ਉਹਨਾਂ ਦਾ ਕੋਈ ਮਤਲਬ ਹੀ ਨਹੀਂ ਹੋਰ ਵਿਚਾਰ ਦੇ ਨਾਲ, ਕਿਉਂਕਿ ਸਾਡਾ ਜੋ ਮਨ ਹੈ ਇਹ ਵਿਚਾਰਾਂ ਦਾ ਸਮੂਹ ਹੈ। ਇਹਦੇ ਵਿੱਚ ਵਿਚਾਰਾਂ ਚੱਲਦੀਆਂ ਨੇ, ਤੇ ਵਿਚਾਰਾਂ ਨੇ ਜਿਹੜੀਆਂ ਉਹ ਕਿਸੇ ਵੀ ਤਰ੍ਹਾਂ ਦੀਆਂ ਮਨ ਦੇ ਵਿੱਚ ਚੱਲ ਸਕਦੀਆਂ ਨੇ। ਜਿਸ ਗੁਰੂ ਸਵਾਰੇ ਦੇ ਅੰਦਰ ਸਾਰਾ ਦਿਨ ਬ੍ਰਹਮ ਦੀਆਂ ਵਿਚਾਰਾਂ ਚੱਲਦੀਆਂ ਰਹਿੰਦੀਆਂ ਨੇ ਉਹਨੂੰ ਬ੍ਰਾਹਮਣ ਆਖਿਆ ਜਾਂਦਾ। ਜਿਵੇਂ ਆਪ ਜੀ ਦੀ ਗਿਆਤਾ ਲਈ ਮੈਂ ਦੱਸ ਦਿਆਂ, ਰਵਿੰਦਰਨਾਥ ਟੈਗੋਰ ਇੱਕ ਵਾਰੀ ਆਪਣੇ ਵਿਦਿਆਰਥੀਆਂ ਦੇ ਨਾਲ ਕਿਤੇ ਵਿਚਰ ਰਹੇ ਸਨ, ਤੇ ਕੀ ਵੇਖਦੇ ਨੇ, ਕਿਤੇ ਨਾ ਜਿਵੇਂ ਆਪਣੇ ਆਮ ਘਰਾਂ ਦੇ ਬਾਹਰ ਰੂੜੀ ਲੱਗੀ ਹੁੰਦੀ ਹੈ, ਕਿਤੇ ਹੋਰ ਚਿੱਕੜ ਗੰਦਗੀ ਸੱਟੀ ਹੁੰਦੀ ਹੈ, ਤੇ ਉਹ ਇਸ ਤਰ੍ਹਾਂ ਚਿੱਕੜ ਗੰਦਗੀ ਨੂੰ ਵੇਖ ਕੇ ਨਾ ਤੇ ਨੱਚਣ ਲੱਗ ਗਏ, ਬੜੇ ਖੁਸ਼ ਹੋ ਗਏ, ਹੱਸਣ ਲੱਗ ਗਏ। ਵਿਦਿਆਰਥੀਆਂ ਨੇ ਕਾਰਨ ਪੁੱਛਿਆ, ਜੀ ਇਸ ਗੰਦਗੀ ਨੂੰ ਵੇਖ ਕੇ ਇਤਨਾ ਖੁਸ਼ ਹੋਣਾ ਹੈ ਜਿਹੜਾ, ਇਹਦਾ ਕਾਰਨ ਕੀ ਹੈ? ਤੇ ਰਵਿੰਦਰਨਾਥ ਟੈਗੋਰ ਕਹਿੰਦਾ, ਵੇਖੋ ਜਿਵੇਂ ਇਹ ਸੂਰਜ ਦੀਆਂ ਕਿਰਨਾਂ ਨੇ ਨਾ, ਇਹ ਸਾਰਿਆਂ ਦੇ ਉੱਤੇ ਇੱਕ ਰਸ ਨਾਲ ਪੈ ਰਹੀਆਂ ਨੇ। ਇਹ ਵਿਤਕਰਾ ਨਹੀਂ ਕਰ ਰਹੀਆਂ ਵੀ ਇਹ ਗੰਦਗੀ ਇੱਥੇ ਅਸੀਂ ਨਹੀਂ ਡਿੱਗਣਾ ਤੇ ਇਹ ਫੁੱਲ ਨੇ ਇੱਥੇ ਅਸੀਂ ਡਿੱਗਣਾ ਹੈ। ਇਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ, ਕੋਈ ਦਵੈਸ ਨਹੀਂ। ਉਸੇ ਤਰ੍ਹਾਂ ਉਹ ਪ੍ਰਭੂ ਪਰਮਾਤਮਾ ਸੱਚਾ ਸਤਿਗੁਰ ਜਿਹੜਾ, ਉਹ ਸਾਰਿਆਂ ਦੇ ਅੰਦਰ ਇੱਕ ਰਸ ਵਿਆਪਕ ਹੈ ਤੇ ਸਾਰਿਆਂ ਤੇ ਇੱਕ ਰਸ ਕਿਰਪਾ ਹੋ ਰਹੀ, ਉਹ ਵੀ ਕਿਸੇ ਨਾਲ ਵਿਤਕਰਾ ਜਾਂ ਦਵੈਸ ਨਹੀਂ ਕਰਦਾ। ਹੁਣ ਇਹ ਮਨੁੱਖ ਜਿਹੜਾ ਹਰ ਵਕਤ ਪਰਮਾਤਮਾ ਬ੍ਰਹਮ ਦੀਆਂ ਵਿਚਾਰਾਂ ਵਾਲਾ ਹੈ, ਇਸ ਕਰਕੇ ਇਹਦੇ ਅੰਦਰ ਪਰਮਾਤਮਾ ਦੇ ਬ੍ਰਹਮ ਦੇ ਖਿਆਲ ਆਉਂਦੇ ਨੇ। ਇਸੇ ਤਰ੍ਹਾਂ ਜੇ ਕੋਈ ਮਨੁੱਖ ਹੋਰ ਕਿਸੇ ਪ੍ਰਕਾਰ ਦੀ ਵਿਚਾਰ ਵਾਲਾ ਹੋਵੇ ਤੇ ਉਹਦੇ ਅੰਦਰ ਉਸ ਤਰ੍ਹਾਂ ਦੀਆਂ ਫਿਰ ਵਿਚਾਰਾਂ ਨੇ ਜਿਹੜੀਆਂ ਉਹ ਜਨਮ ਲੈਣਗੀਆਂ। ਮੇਰੇ ਖਿਆਲ ਆਪ ਜੀ ਨੂੰ ਗੱਲ ਪਕੜ ਦੇ ਵਿੱਚ ਆ ਗਈ ਹੋਣੀ, ਆਪ ਸਮਝ ਗਏ ਹੋਵੋਗੇ। ਜਿਹੜਾ ਬ੍ਰਹਮ ਦੀ ਵਿਚਾਰ ਕਰਨ ਵਾਲਾ ਹੈ ਨਾ, ਉਹਨੂੰ ਬ੍ਰਾਹਮਣ ਆਖਿਆ ਗਿਆ। ਤੇ ਗੁਰਬਾਣੀ ਦੇ ਅੰਦਰ ਵੀ ਗੁਰੂ ਮਹਾਰਾਜ ਜੀ ਦੁਆਰਾ ਦਰਜ ਕੀਤਾ ਗਿਆ, ਬ੍ਰਹਮ ਬਿੰਦੇ ਤੇ ਬ੍ਰਾਹਮਣਾ, ਉਹ ਬ੍ਰਾਹਮਣ ਨੇ ਜਿਹੜੇ ਪਰਮਾਤਮਾ ਨੂੰ ਚੇਤੇ ਕਰਦੇ ਨੇ, ਬ੍ਰਹਮ ਦੀ ਵਿਚਾਰ ਕਰਦੇ ਨੇ। ਦੂਜੇ ਨੰਬਰ ਤੇ ਉਹ ਮਨੁੱਖ ਆ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਦੇਸ਼ ਤੇ ਕੌਮ ਦੀ ਰੱਖਿਆ ਦਾ ਵਿਚਾਰ ਅੰਦਰ ਚਲਾਉਣਾ ਹੈ, ਵੀ ਕਿਵੇਂ ਕੀਤੇ ਜਾਣ, ਨਵੀਆਂ ਕਾਢਾਂ ਕੱਢੀਆਂ ਜਾਣ, ਜਿੰਦੇ ਨਾਲ ਦੁਸ਼ਮਣ ਵੈਰੀਏ ਜਿਹੜਾ ਉਹ ਸਾਡੇ ਤੇ ਹਾਵੀ ਨਾ ਹੋਵੇ, ਸਾਡੇ ਦੇਸ਼ ਤੇ ਸਾਡੀ ਕੌਮ ਨੂੰ ਜਿਹੜਾ ਰੱਖਿਆ ਦੇ ਲਈ ਸੁੱਖ ਸੁਵਿਧਾ ਬਣਿਆ ਰਵੇ। ਇਹਨੂੰ ਉਸਨੇ ਆਖਿਆ ਖਤਰੀਏ। ਭਈ ਇਹ ਸਾਰਾ ਦਿਨ ਸੋਚਦੇ ਰਹਿੰਦੇ ਨੇ ਨਵੀਆਂ ਕਾਢਾਂ, ਨਵੇਂ ਸ਼ਸਤਰ ਬਣਾਉਣੇ ਤੇ ਦੇਸ਼ ਕੌਮ ਦੀ ਰੱਖਿਆ ਦੇ ਲਈ ਹਰ ਵਕਤ ਤੇ ਜਿਹੜਾ ਉਹ ਧਿਆਨ ਸ਼ਸਤਰਾਂ ਦੇ ਵਿੱਚ ਰਹਿਣਾ, ਅਭਿਆਸ ਕਰਦੇ ਰਹਿਣਾ ਸ਼ਸਤਰਾਂ ਦਾ। ਇਹਨਾਂ ਨੂੰ ਆਖਿਆ ਗਿਆ ਖਤਰੀ ਨੇ, ਸੂਰਮੇ ਨੇ ਇਹ। ਉਸ ਤੋਂ ਅੱਗੇ ਕਹਿੰਦੇ ਨੇ ਵੈਸ਼ਨਵ, ਜਿਨ੍ਹਾਂ ਨੂੰ ਕੇਵਲ ਤੇ ਕੇਵਲ ਪੇਟ ਦਾ ਹੀ ਖਿਆਲ ਨੇ, ਜਿਹੜੇ ਰੋਜੀ ਰੋਟੀ ਦੇ ਲਈ ਹੀ ਵਿਚਾਰਾਂ ਕਰਦੇ ਰਹਿੰਦੇ ਨੇ। ਕਿਤੇ ਵਪਾਰ ਕਰ ਲਿਆ, ਕਿਤੇ ਖੇਤੀ ਕਰ ਲਈ, ਆਪ ਦੀ ਰੋਜੀ ਰੋਟੀ ਤੇ ਦੂਜਿਆਂ ਦੀ ਵੀ ਰੋਜੀ ਰੋਟੀ ਦੇ ਲਈ ਇਹ ਕੁਝ ਨਾ ਕੁਝ ਕਰਦੇ ਰਹਿੰਦੇ ਨੇ। ਇਹਨਾਂ ਨੂੰ ਫਿਰ ਵੈਸ਼ਨਵ ਆਖਿਆ ਗਿਆ। ਤੀਜੇ ਨੰਬਰ ਤੇ ਜਿਹੜੇ ਨੇ ਜਿਨ੍ਹਾਂ ਕੋਲ ਆਪ ਦੀ ਉਪਜੀਵਿਕਾ ਨਹੀਂ ਹੈਗੀ,
ਨਾ ਜ਼ਮੀਨ ਜਾਇਦਾਦ ਤੇ ਖੇਤੀਬਾੜੀ ਕਰਨ ਨੂੰ ਤੇ ਨਾ ਹੀ ਕੋਈ ਹੋਰ ਵਪਾਰ ਦਾ ਦੁਕਾਨ ਆਦਿਕ ਦਾ ਸਾਧਨ ਹੈ। ਇਹ ਫਿਰ ਦੂਜਿਆਂ ਦੇ ਨਾਲ ਸਹਾਇਕ ਹੋ ਜਾਂਦੇ ਨੇ। ਲੈ ਭਾਈ ਅਸੀਂ ਤੈਨੂੰ ਕੰਮ ਕਰਾ ਦਿੰਨੇ ਆ ਤੇ ਇਸ ਦੇ ਬਦਲੇ ਤੂੰ ਸਾਨੂੰ ਕੁਝ ਦੇ ਦੇਵੀਂ। ਇਹਨਾਂ ਨੂੰ ਫਿਰ ਸ਼ੂਦਰ ਆਖਿਆ ਗਿਆ। ਇਸ ਤਰ੍ਹਾਂ ਇਹ 4 ਪ੍ਰਕਾਰ ਦੀਆਂ ਜਿਹੜੀਆਂ ਵੰਡਾਂ ਕੀਤੀਆਂ ਨੇ ਇਹ ਮਨੂ ਰਿਖੀ ਨੇ ਕੀਤੀਆਂ ਨੇ ਤੇ ਮਨੂ ਸਿਮਰਤੀ ਹੈ ਜਿਹੜੀ ਉਹਦੇ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਹੈ। ਇਹ ਜਾਤ ਨਾ ਜਾਲਾ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਪਰਮਾਤਮਾ ਦੀ ਵਡਿਆਈ ਕਰਦੇ ਨੇ। ਅਮਰ ਮਰਨ ਤੋਂ ਰਹਿਤ ਤੇ ਅਜੂਨੀ ਜੂਨਾ ਤੋਂ ਰਹਿਤ ਹੈ। ਜਾਤ ਤੇ ਜਾਤਾਂ ਤੋਂ ਵੀ ਰਹਿਤ ਤੇ ਜਾਤ ਨਾ, ਉਹਦੀ ਕੋਈ ਜਾਤ ਨਹੀਂ। ਜਾਤਾਂ ਮਨੁੱਖ ਦੀਆਂ ਬਣਾਈਆਂ ਹੋਈਆਂ ਨੇ, ਇਹ ਵੰਡੀਆਂ ਮਨੁੱਖ ਨੇ ਪਾਈਆਂ ਨੇ। ਤੇ ਜਾਲਾ ਦਾ ਅਰਥ ਹੁੰਦਾ ਜਾਲ ਦੇ ਵਿੱਚ ਫਸ ਜਾਣਾ। ਉਹ ਪਰਮਾਤਮਾ ਨਾ ਜਾਤਾਂ ਦੇ ਜਾਲ ਦੇ ਵਿੱਚ ਫਸਿਆ ਹੋਇਆ ਹੈ ਤੇ ਨਾ ਜੂਨਾਂ ਦੇ ਜਾਲ ਦੇ ਵਿੱਚ ਫਸਿਆ ਹੋਇਆ ਹੈ ਤੇ ਨਾ ਹੀ ਜੰਮਣ ਮਰਨ ਦੇ ਜਾਲ ਵਿੱਚ ਫਸਿਆ ਹੈ ਜੀ। ਅਗਮ ਗੋਚਰ ਰੂਪ ਨਾ ਰੇਖਿਆ। ਤੇ ਫਿਰ ਇੱਕ ਸਵਾਲ ਪੈਦਾ ਹੁੰਦਾ ਹੈ, ਜੋ ਇੱਕ ਓਂਕਾਰ ਨਿਰਾਲਾ ਜੋ ਸਾਡੇ ਸਾਰਿਆਂ ਦੇ ਨਾਲੋਂ 84 ਲੱਖ ਜੂਨਾਂ ਦੇ ਨਾਲੋਂ ਵਖਰੇਵੇਂ ਵਾਲਾ ਹੈ, ਨਿਰਾਲਾ ਹੈ ਤੇ ਇੱਕ ਓਂਕਾਰ ਹੈ। ਜੰਮਣ ਮਰਨ ਤੋਂ ਰਹਿਤ ਤੇ ਜੂਨਾਂ ਤੋਂ ਰਹਿਤ ਤੇ ਜਾਤ ਪਾਤ ਦੇ ਜਾਲ ਤੋਂ ਰਹਿਤ ਹੈ। ਉਹ ਫਿਰ ਹੈ ਕਿਵੇਂ ਦਾ ਸਵਾਲ ਪੈਦਾ ਹੋ ਗਿਆ ਨਾ ਵੀ ਕੋਈ ਵੀ ਜੂਨ ਨਹੀਂ। ਜੇ ਜੂਨ ਹੁੰਦੀ ਫਿਰ ਮਨੁੱਖ ਦੀ ਜੂਨ 'ਚ ਹੁੰਦਾ ਮਨੁੱਖ ਵਰਗਾ ਹੁੰਦਾ, ਕਿਸੇ ਪਸ਼ੂ ਦੀ ਜੂਨ ਵਿੱਚ ਹੁੰਦਾ ਪਸ਼ੂ ਵਰਗਾ ਹੁੰਦਾ। ਉਹ ਪਰਮਾਤਮਾ ਕਿਸੇ ਵੀ ਜੂਨ ਦੇ ਵਿੱਚ ਨਹੀਂ ਤੇ ਸਾਰਿਆਂ ਤੋਂ ਹੈ ਵੀ ਨਿਰਾਲਾ। ਫਿਰ ਹੈ ਕਿਸੇ ਤਰ੍ਹਾਂ ਦਾ ਅਗਮ ਗਮ ਤੋਂ ਰਹਿਤ ਹੈ, ਅਗਮਤਾਈ ਵਾਲਾ ਹੈ। ਅਗੋਚਰ ਇੰਦਰੀਆਂ ਤੋਂ ਰਹਿਤ ਹੈ। ਸਾਡੇ ਇੰਦਰੀ ਨੇ ਅਗੋਚਰ ਇੰਦਰੀਆਂ ਤੋਂ ਰਹਿਤ ਹੈ। ਰੂਪ ਨਾਮ ਤੇ ਆਕਾਰ ਤੋਂ ਰਹਿਤ ਹੈ। ਗਮ ਤੋਂ ਰਹਿਤ ਹੈ, ਇੰਦਰੀਆਂ ਤੋਂ ਰਹਿਤ ਹੈ ਤੇ ਆਕਾਰ ਤੋਂ ਰਹਿਤ ਹੈ। ਨਾ ਰੇਖਿਆ ਤੇ ਨਾ ਹੀ ਉਸ ਦਾ ਕੋਈ ਚੇਨ ਚੱਕਰ ਹੈ। ਉਹ ਇਸ ਤਰ੍ਹਾਂ ਦਾ ਹੈ ਜਿਸ ਨੂੰ ਕੇਵਲ ਇਸ਼ਾਰੇ ਮਾਤਰ ਦੱਸ ਕੇ ਤੇ ਅਨੁਭਵ ਕੀਤਾ ਜਾ ਸਕਦਾ ਹੈ। ਅਗਮ ਅਗਮਤਾ ਵਾਲਾ ਹੈ, ਗਮ ਤੋਂ ਰਹਿਤ ਹੈ, ਅਗੋਚਰ ਹੈ, ਇੰਦਰੀਆਂ ਦੀ ਪਕੜ ਤੋਂ ਰਹਿਤ ਹੈ ਤੇ ਇੰਦਰੀਆਂ ਤੋਂ ਵੀ ਰਹਿਤ ਹੈ। ਰੂਪ ਆਕਾਰ ਤੋਂ ਰਹਿਤ ਹੈ, ਉਹਦਾ ਕੋਈ ਰੂਪ ਨਹੀਂ। ਨਾ ਰੇਖਿਆ ਤੇ ਨਾ ਹੀ ਕੋਈ ਉਸ ਦਾ ਚੱਕਰ ਚੇਨ ਹੈ ਜੀ। ਖੋਜਤ ਖੋਜਤ ਕਟ ਕਟ ਦੇਖਿਆ। ਤੇ ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ ਲੱਭਦਿਆਂ ਜਦੋਂ ਉਸ ਨੂੰ ਲੱਭਣ ਲੱਗੇ ਨਾ ਫਿਰ ਵੀ ਚਲੋ ਵੇਖਦੇ ਆ ਜਿਹੜਾ ਇਸ ਤਰ੍ਹਾਂ ਦਾ ਹੈ ਉਹਦੇ ਦਰਸ਼ਨ ਤੱਕ ਕਰੀਏ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਫਿਰ ਅਸੀਂ ਲੱਭਣਾ ਸ਼ੁਰੂ ਕੀਤਾ। ਖੋਜਤ ਖੋਜ ਕਰਦਿਆਂ ਖੋਜ ਕਰਦਿਆਂ। ਖੋਜਤ ਦਾ ਅਰਥ ਹੈ ਖੋਜ ਕਰਦਿਆਂ ਘਟ ਦਾ ਅਰਥ ਹੈ ਸਰੀਰ। ਘਟ ਦੇਖਿਆ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ ਫਿਰ ਜਦੋਂ ਅਸੀਂ ਖੋਜ ਕੀਤੀ ਨਾ ਲੱਭਦਿਆਂ ਤੇ ਕੀ ਵੇਖਿਆ ਵੀ ਉਹ ਸਾਰਿਆਂ ਦੇ ਅੰਦਰ ਵਿਆਪਕ ਹੈ ਜੀ। ਜੋ ਦੇਖ ਦਿਖਾਵੈ ਤਿਸ ਕਉ ਬਲ ਜਾਈ। ਹੁਣ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ ਵੀ ਕੋਈ ਗੁਰੂ ਸਵਾਰਾ ਇਸ ਤਰ੍ਹਾਂ ਦਾ ਹੋਵੇ ਜੋ ਪਹਿਲੋਂ ਆਪ ਵੇਖੇ ਤੇ ਫਿਰ ਦੂਜਿਆਂ ਨੂੰ ਵੀ ਵਿਖਾਉਣਾ ਕਰੇ। ਉਸ ਤੋਂ ਅਸੀਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਸਾਡੇ ਸਮਾਜ ਦੇ ਅੰਦਰ ਕੁਰੀਤੀਆਂ ਤੇ ਬੁਰਾਈਆਂ ਨੇ ਜਿਹੜੀਆਂ, ਇਹਨਾਂ ਤੋਂ ਇੱਕ ਸਿਰਮੌਰ ਹੈ ਧਾਰਮਿਕ ਜੀਵਨ ਦੇ ਵਿੱਚ ਆਣ ਕੇ ਠੱਗੀ ਮਾਰਨੀ। ਥੋੜਾ ਵਿਚਾਰਾਂ ਨਾਲ ਜੁੜਾਂਗੇ ਤੇ ਫਿਰ ਤਾਂ ਗੱਲ ਦੀ ਸਮਝ ਆ ਜਾਏਗੀ, ਨਹੀਂ ਤਾਂ ਗੱਲ ਦੀ ਸਮਝ ਨਹੀਂ ਆਉਣੀ। ਸਾਡੇ ਸਮਾਜ ਦੇ ਵਿੱਚ ਬੁਰਾਈਆਂ ਵੀ ਨੇ ਤੇ ਅਛਾਈਆਂ ਵੀ ਨੇ। ਅਛਾਈਆਂ ਦਾ ਵੀ ਕੋਈ ਅੰਤ ਨਹੀਂ ਤੇ ਬੁਰਾਈਆਂ ਦਾ ਵੀ ਕੋਈ ਅੰਤ ਨਹੀਂ। ਜਿੱਥੇ ਅਛਾਈਆਂ ਤੇ ਬੁਰਾਈਆਂ ਨੇ ਨਾ ਉੱਥੇ ਕੁਰੀਤੀਆਂ ਵੀ ਨੇ। ਭਾਵ ਉਹ ਰੀਤਾਂ ਉਹ ਮਰਿਆਦਾ ਨੇ ਜਿਹੜੀਆਂ ਨਾ ਕਰਨ ਯੋਗ ਨੇ ਤੇ ਅਸੀਂ ਕਰਦੇ ਹਾਂ। ਸਮਾਜ ਇਹ ਅਛਾਈਆਂ ਦਾ ਭਰਿਆ ਹੋਇਆ ਹੈ, ਬੁਰਾਈਆਂ ਦਾ ਭਰਿਆ ਹੋਇਆ ਹੈ, ਕੁਰੀਤੀਆਂ ਦਾ ਭਰਿਆ ਹੋਇਆ ਹੈ। ਇਹਨਾਂ ਸਾਰਿਆਂ ਤੋਂ ਸਿਰ ਮੋਰ ਜਿਹੜਾ ਉਹ ਹੈ ਧਾਰਮਿਕ ਜੀਵਨ ਦੇ ਵਿੱਚ ਆਣ ਕੇ ਤੇ ਠੱਗੀ ਮਾਰਨੀ। ਕਿਉਂਕਿ ਜਿਹੜਾ ਧਾਰਮਿਕ ਨਹੀਂ ਹੋਵੇਗਾ ਠੱਗ ਹੋਵੇਗਾ, ਉਹ ਛੇਤੀ ਪਕੜਿਆ ਜਾਏਗਾ। ਧਾਰਮਿਕ ਨਹੀਂ ਹੈਗਾ ਠੱਗ ਹੈ
ਤੇ ਇੱਕ ਵਾਰੀ ਠੱਗੀ ਮਾਰੇਗਾ, 2 ਵਾਰੀ ਮਾਰੇਗਾ, 3 ਵਾਰੀ ਮਾਰੇਗਾ ਤੇ ਫਿਰ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਵੀ ਫਲਾਣਾ ਬੰਦਾ ਜਿਹੜਾ ਨਾ ਬੜਾ ਤੇਜ਼ ਜੇ ਆਪਣੇ ਨਾਲ ਠੱਗੀ ਮਾਰ ਲੈਂਦਾ, ਫਿਰ ਕੋਈ ਵੀ ਉਹਦੇ ਤੋਂ ਠੱਗੀ ਨਹੀਂ ਮਰਵਾਏਗਾ। ਜੇ ਉਹਨੇ ਠੱਗੀ ਵਾਲਾ ਕੰਮ ਹੀ ਤੋਰਨਾ ਤੇ ਫਿਰ ਉਹਨੂੰ ਪਿੰਡ ਛੱਡ ਕੇ ਕਿਤੇ ਹੋਰ ਜਾਣਾ ਪਏਗਾ, ਉੱਥੇ ਠੱਗੀ ਮਾਰਨੀ ਪਏਗੀ। ਆਪ ਜੀ ਨੂੰ ਉਦਾਹਰਨ ਦੇ ਲਈ ਦੱਸਦੇ ਹਾਂ, ਜਿਵੇਂ ਵੇਖੋ ਆਪਣੇ ਭਾਰਤ ਦੇ ਵਿੱਚ ਕਈ ਕੰਪਨੀਆਂ ਨੇ, ਆ ਪਿੱਛੇ ਜਾਂ ਪਰਲ ਕੰਪਨੀ ਸੀ, ਇਹਦੇ ਬੜੇ ਏਜੰਟ ਬਣਾਏ ਹੋਏ ਸਨ। ਸਾਨੂੰ ਗੱਲਾਂ ਦੇ ਵਿੱਚ ਉਲਝਾ ਕੇ ਨਾ, ਗੱਲਾਂ ਦੇ ਵਿੱਚ ਲੈ ਕੇ ਤੇ ਉਹਨਾਂ ਨੇ ਕਈਆਂ ਤੋਂ ਬੜੀ ਮਾਇਆ ਲੈ ਲਈਏ ਤੇ ਨਿਕਲਿਆ ਕਿ ਇਹ ਵਿੱਚੋਂ ਠੱਗ ਹੀ ਨਿਕਲੇ ਨੇ, ਸਾਰਿਆਂ ਨੇ ਠੱਗੀ ਮਾਰੀ ਏ। ਸੋ ਇਸ ਤਰ੍ਹਾਂ ਦੇ ਜਿਹੜੇ ਠੱਗ ਨੇ ਉਹ ਪਕੜੇ ਜਾਂਦੇ ਨੇ, ਪਰ ਧਾਰਮਿਕ ਠੱਗ ਨੇ ਜਿਹੜੇ ਉਹ ਨਹੀਂ ਪਕੜੇ ਜਾਂਦੇ। ਹੁਣ ਧਾਰਮਿਕ ਠੱਗ ਕਿਹੜੇ ਨੇ? ਜਿਵੇਂ ਗੁਰਬਾਣੀ ਪੜ੍ਹ ਲਈ, ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਕੁਝ ਇਸ਼ਾਰੇ ਕਰ ਦਿੱਤੇ, ਪਰਮਾਤਮਾ ਦੇ ਕਿਸੇ ਸੰਤ ਮਹਾਤਮਾ ਤੋਂ ਸੁਣ ਲਿਆ, ਕਿਸੇ ਪਹੁੰਚੇ ਹੋਏ ਤੋਂ ਸੁਣ ਲਿਆ, ਜਾਂ ਕਿਤੋਂ ਹੋਰ ਲਿਖਤ ਪੜ੍ਹ ਲਈ ਤੇ ਫਿਰ ਉਹ ਨਾ ਸੰਗਤ ਦੇ ਵਿੱਚ ਉਵੇਂ ਪ੍ਰਚਾਰ ਕਰਨ ਲੱਗ ਗਿਆ। ਤੇ ਜਿਹੜੇ ਆਮ ਲੋਕ ਹੁੰਦੇ ਨੇ ਉਸ ਤਰ੍ਹਾਂ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਵੀ ਬਾਬਾ ਜੀ ਤਾਂ ਬੜੇ ਗਿਆਨੀ ਨੇ, ਇਹ ਬਾਬਾ ਜੀ ਨੂੰ ਬੜੀ ਸੋਝੀ ਹੈ ਪਰਮਾਤਮਾ ਦੀ, ਬਾਬਾ ਜੀ ਬੜੀਆਂ ਗੱਲਾਂ ਸੁਣਾਉਂਦੇ ਨੇ। ਤੇ ਫਿਰ ਉਹ ਬਾਬਾ ਜੀ ਜਿਹੜੇ ਨੇ ਉਹਨਾਂ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ, ਚੰਗੀ ਮਾਇਆ ਉਹਨਾਂ ਕੋਲੇ ਆਉਣ ਲੱਗ ਜਾਂਦੀ ਹੈ। ਧਾਰਮਿਕ ਠੱਗ ਹੈ। ਮੈਂ ਵੀ ਇਹਨਾਂ ਵਿੱਚ ਹੀ ਆਉਣਾ, ਮੈਂ ਕਿਉਂ ਪਾਸੇ ਰਵਾਂ, ਇਹ ਲੈਣ ਵਧੀਆ ਚੰਗੀ ਹੈ, ਇੱਧਰ ਹੀ ਠੀਕ ਹੈ। ਜੋ ਦੇਖ ਦਿਖਾਵੇ, 2 ਪ੍ਰਕਾਰ ਦਾ ਗਿਆਨ ਹੈ। ਇੱਕ ਗਿਆਨ ਹੈ ਅਖਰੀ। ਅਖਰੀ ਗਿਆਨ ਨਹੀਂ ਜਿਹੜਾ ਉਹ ਸੁਣਿਆ ਸੁਣਾਇਆ ਜਾਂ ਪੜ੍ਹਿਆ ਹੁੰਦਾ ਹੈ। ਪੜ੍ਹ ਲਿਆ, ਸੁਣ ਲਿਆ, ਸੁਣਾ ਲਿਆ, ਪਤਾ ਕੁਝ ਵੀ ਨਹੀਂ, ਸੋਝੀ ਕੁਝ ਵੀ ਨਹੀਂ। ਆਪ ਜੀ ਨੂੰ ਮੈਂ ਥੋੜਾ ਜਿਹਾ ਹੋਰ ਖੁਲਾਸਾ ਕਰਕੇ ਦੱਸ ਦਿਆਂ। ਇੱਕ ਗਲਾਸ ਹੈ ਤੇ ਉਹ ਪਾਣੀ ਦਾ ਭਰਿਆ ਹੋਇਆ ਹੈ। ਪਾਣੀ ਦਾ ਭਰਿਆ ਹੋਇਆ ਗਲਾਸ ਹੈ, ਉਹ ਆਮ ਮਨੁੱਖ ਵਾਸਤੇ ਪਾਣੀ ਹੈ, ਪਰ ਇੱਕ ਵਿਗਿਆਨਿਕ ਹੈ ਜਿਹੜਾ ਉਹਦੇ ਵਾਸਤੇ ਪਾਣੀ ਨਹੀਂ, H2+O2, ਕਿਉਂਕਿ ਹਾਈਡਰੋਜਨ ਤੇ ਆਕਸੀਜਨ ਜਦੋਂ ਮਿਲਦੀਆਂ ਨੇ ਨਾ ਫਿਰ H2O ਬਣਦਾ ਹੈ, ਜਿਹਨੂੰ ਪਾਣੀ ਆਖਦੇ ਆਪਾਂ। H2+O2 ਹਾਈਡਰੋਜਨ ਤੇ ਆਕਸੀਜਨ ਆਪਸ ਦੇ ਵਿੱਚ ਮਿਲੀਆਂ ਨੇ, ਇਹਨਾਂ ਦੇ ਮਿਸ਼ਰਣ ਦੇ ਨਾਲ ਮਿਲਣ ਦੇ ਨਾਲ ਫਿਰ H2O ਬਣਦਾ। ਜਿਹੜਾ ਕੋਈ ਸਾਇੰਸ ਪੜ੍ਹਿਆ ਹੋਏਗਾ ਨਾ ਉਹਨੂੰ ਬੜੀ ਗੱਲ ਦੀ ਸਮਝ ਆ ਜਾਣੀ ਹੈ। ਤੇ ਦੂਜੇ ਆਪਾਂ ਇਸ ਤਰ੍ਹਾਂ ਸਮਝ ਲੈਂਦੇ ਹਾਂ ਵੀ 2 ਗੈਸਾਂ ਨੇ, ਇੱਕ ਹਾਈਡਰੋਜਨ ਹੈ, ਦੂਸਰੀ ਦਾ ਨਾਮ ਆਕਸੀਜਨ ਹੈ। ਇਹਨਾਂ ਦੋਵਾਂ ਨੂੰ ਇੱਕ ਬੋਤਲ ਦੇ ਵਿੱਚ ਇਕੱਠਿਆਂ ਕਰ ਦਿਓ, ਇਕੱਠਿਆਂ ਹੁੰਦੀ ਬੋਤਲ ਹੈ ਜਿਹੜੀ ਉਹ ਪਾਣੀ ਨਾਲ ਭਰ ਜਾਏਗੀ। ਤੁਸੀਂ ਬੜੇ ਹੈਰਾਨ ਹੋਵੋਗੇ ਵੀ ਭਾਈ ਤਾਂ ਗੈਸ ਸੀ ਤੇ ਬਣ ਗਿਆ ਪਾਣੀ, ਜਲ ਬਣ ਗਿਆ। ਹੁਣ ਜਿਹੜਾ ਵਿਗਿਆਨਿਕ ਉਹ ਪਾਣੀ ਨੂੰ ਪਾਣੀ ਕਰਕੇ ਨਹੀਂ ਵੇਖਦਾ, ਉਹਨੂੰ ਗੈਸਾਂ ਕਰਕੇ ਵੇਖਦਾ ਤੇ H2O ਦੇ ਰੂਪ ਦੇ ਵਿੱਚ ਉਹਨੂੰ ਵੇਖ ਰਿਹਾ ਹੈ। ਤੇ ਜਿਹੜਾ ਮੇਰੇ ਵਰਗਾ ਅਨਪੜ੍ਹ ਜਾਂ ਘੱਟ ਪੜ੍ਹਿਆ ਹੈ ਉਹਦੇ ਵਾਸਤੇ ਉਹ ਪਾਣੀ ਹੈ, ਜਾਂ ਉਹਨੇ ਸੁਣ ਲਿਆ ਕਿਤੋਂ, ਪ੍ਰੈਕਟੀਕਲ ਨਹੀਂ ਕੀਤੀ। ਇਸੇ ਕਰਕੇ ਤਾਂ ਸਕੂਲਾਂ ਦੇ ਵਿੱਚ ਸਾਇੰਸ ਲਾਇਬ੍ਰੇਰੀਆਂ ਹੁੰਦੀਆਂ ਨੇ, ਸਾਇੰਸ ਰੂਮ ਹੁੰਦੇ ਨੇ। ਜੋ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਨਾ ਬੱਚਿਆਂ ਨੂੰ, ਉਹ ਪ੍ਰੈਕਟੀਕਲੀ ਉੱਥੇ ਸਿਖਾਇਆ ਜਾਂਦਾ ਵੀ ਆਹ ਵੇਖੋ ਜਿਹੜੀ ਚੀਜ਼ ਅਸੀਂ ਪੜ੍ਹੀ ਹੈ ਨਾ, ਇਸ ਚੀਜ਼ ਨੂੰ ਤੁਸੀਂ ਹੁਣ ਪ੍ਰੈਕਟੀਕਲੀ ਕਰਕੇ ਵੇਖੋ ਤੇ ਤੁਹਾਡੇ ਅੰਦਰ ਤਸੱਲੀ ਬਣ ਜੇ ਵੀ ਹਾਂ ਇਹਨਾਂ ਦਾ ਮਿਲਾਨ ਇਸ ਤਰ੍ਹਾਂ ਕੀਤਿਆਂ ਇਸ ਤਰ੍ਹਾਂ ਤੀਜੀ ਚੀਜ਼ ਜਿਹੜੀ ਬਣਦੀ ਹੈ। ਵਿਗਿਆਨਿਕ ਸਿੱਧ ਕਰਦਾ ਹੈ ਵੀ ਜਦੋਂ ਵੀ ਆਪਾਂ 2 ਚੀਜ਼ਾਂ ਮਿਲਾਉਂਦੇ ਹਾਂ ਤੇ ਤੀਜੀ ਚੀਜ਼ ਹੈ ਜਿਹੜੀ ਉਹ ਜਨਮ ਲੈਂਦੀ ਹੈ। ਇਹ ਜਿਹੜਾ ਵਿਗਿਆਨਿਕ ਹੈ, ਵਿਗਿਆਨ ਹੈ ਜੋ ਇਹ ਸਾਨੂੰ ਦੱਸਦੀ ਹੈ। ਜਿਵੇਂ ਵੇਖੋ ਕਣਕ ਹੈ, ਇਹਦਾ ਅਸੀਂ ਆਟਾ ਬਣਾ ਲਿਆ, ਇਹਦੇ ਨਾਲ ਪਾਣੀ ਮਿਲਾ ਦਿਓ, ਇਹ ਹੁਣ ਸੁੱਕਾ ਆਟਾ ਨਹੀਂ ਰਿਹਾ, ਹੈ ਆਟਾ ਪਰ ਇਹ ਪਾਣੀ ਦਾ ਮਿਸ਼ਰਣ ਹੈ। ਇਹ ਹੁਣ ਪਹਿਲੀ ਦਸ਼ਾ ਦੇ ਵਿੱਚ ਨਹੀਂ ਆਏਗਾ। ਫਿਰ ਇਸ ਗਿੱਲੇ ਆਟੇ ਦੇ ਪੇੜੇ ਬਣਾ ਕੇ ਇਹਨੂੰ ਅੱਗ ਦੇ ਉੱਤੇ ਤਪਾਓ, ਇਹ ਰੋਟੀ ਬਣ ਗਈ, ਹੁਣ ਦੁਬਾਰਾ ਆਟੇ ਵਿੱਚ ਨਹੀਂ ਬਦਲੇਗੀ। ਪ੍ਰਸ਼ਾਦਾ ਪਾਣੀ ਜਿਹੜਾ ਅਸੀਂ ਛਕਿਆ ਸਾਡੇ ਪੇਟ ਦੇ ਵਿੱਚ ਜਾ ਕੇ ਖੂਨ ਬਣ ਗਿਆ, ਉਹ ਹੁਣ ਦੁਬਾਰਾ ਜਿਹੜਾ ਉਹ ਰੋਟੀ ਨਹੀਂ ਬਣੇਗੀ, ਉਹ ਖੂਨ ਬਣ ਗਿਆ। ਸੋ ਇਸ ਤਰ੍ਹਾਂ ਜਦੋਂ 2 ਚੀਜ਼ਾਂ ਦਾ ਮਿਲਾਨ ਹੁੰਦਾ ਤੇ ਤੀਜੀ ਚੀਜ਼ ਜਿਹੜੀ ਜਨਮ ਲੈਂਦੀ ਹੈ। ਮੈਂ ਥੋੜਾ ਹੋਰ ਪਾਸੇ ਚਲਾ ਗਿਆ। 2 ਪ੍ਰਕਾਰ ਦਾ ਗਿਆਨ ਹੈ, ਇੱਕ ਅਨੁਭਵੀ ਗਿਆਨ ਹੈ ਤੇ ਦੂਜਾ ਅਖਰੀ ਗਿਆਨ ਹੈ। ਜਿੱਥੋਂ ਗੱਲ ਵਧੀ ਸੀ, ਅਖਰੀ ਗਿਆਨ ਹੈ ਜਿਹੜਾ ਉਹ ਗਿਆਨ ਹੈ ਜਿਹੜਾ ਕਿਤੋਂ ਸੁਣ ਲਿਆ, ਕਿਤੋਂ ਪੜ੍ਹ ਲਿਆ, ਪਤਾ ਕੁਝ ਵੀ ਨਹੀਂ, ਸੋਝੀ ਕੁਝ ਵੀ ਨਹੀਂ। ਤੇ ਗੁਰਬਾਣੀ ਹੈ ਜਿਹੜੀ ਇਸ ਤਰ੍ਹਾਂ ਦੇ ਗਿਆਨ ਰੱਖਣ ਵਾਲੇ ਮਨੁੱਖ ਨੂੰ ਧਾਰਮਿਕ ਠੱਗ ਦੱਸਦੀ ਹੈ ਵੀ ਇਹ ਧਾਰਮਿਕ ਠੱਗ ਹੈ।
ਜੋ ਦੇਖ ਦਿਖਾਵੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪਹਿਲੂ ਉਹ ਆਪ ਵੇਖਣਾ ਕਰੇ ਤੇ ਫਿਰ ਦੂਜਿਆਂ ਨੂੰ ਵਿਖਾਉਣ ਦਾ ਦਾਵਾ ਕਰੇ। ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ। ਅਸੀਂ ਉਸ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜਿਹੜਾ ਪਹਿਲੂ ਆਪ ਵੇਖੇ ਤੇ ਫਿਰ ਦੂਜਿਆਂ ਨੂੰ ਵਿਖਾਉਣਾ ਕਰੇ। ਜੋ ਪਰਮਾਤਮਾ ਸੱਚੇ ਸਤਿਗੁਰ ਨੇ, ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸ ਰਹੇ ਨੇ, ਖੋਜਤ ਘਟ ਘਟ ਦੇਖਿਆ ਭਾਈ, ਲੱਭਦੇ ਸਾਰੇ ਸਰੀਰਾਂ ਦੇ ਵਿੱਚ ਵਿਆਪਕ ਕੇ ਵੇਖ ਲਿਆ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਦੱਸ ਦਿੱਤਾ ਤੇ ਅਸੀਂ ਕੀ ਕਰਨਾ ਹੈ, ਇਸ ਤੁਕ ਨੂੰ ਪਕੜ ਲੈਣਾ ਹੈ ਤੇ ਜਿੱਥੇ ਵੀ ਕਿਤੇ ਗੱਲ ਚੱਲੀ ਨਾ ਉੱਥੇ ਕਹਿ ਦੇਣਾ ਉਹ ਪਰਮਾਤਮਾ ਸਾਰਿਆਂ ਦੇ ਵਿੱਚ। ਅਸੀਂ ਵੇਖਿਆ ਥੋੜ੍ਹੀ ਏ, ਅਸੀਂ ਤਾਂ ਨਹੀਂ ਵੇਖਿਆ ਵੀ ਉਹ ਸਾਰਿਆਂ ਦੇ ਵਿੱਚ ਹੀ। ਵੇਖਿਆ ਕਿੰਨੇ ਸੀ? ਭਾਈ ਕਨ੍ਹਈਆ ਜੀ ਨੇ ਵੇਖਿਆ ਸੀ। ਭਾਈ ਕਨ੍ਹਈਆ ਜੀ ਨੇ ਉਸ ਪਰਮਾਤਮਾ ਨੂੰ, ਸੱਚੇ ਸਤਿਗੁਰ ਦੇ ਸਰੂਪ ਨੂੰ ਸਾਰਿਆਂ ਦੇ ਵਿੱਚ ਵੇਖਿਆ ਸੀ। ਤੇ ਜਦੋਂ ਉਹਨਾਂ ਨੇ ਵੇਖ ਲਿਆ ਫਿਰ ਉਹ ਮੁਸਲਮਾਨਾਂ ਨੂੰ ਵੀ ਜਲ ਛਕਾਈ ਗਏ ਤੇ ਸਿੱਖਾਂ ਨੂੰ ਵੀ ਜਲ ਛਕਾਈ ਗਏ। ਜਿਹੜਾ ਵੀ ਉਹਨਾਂ ਦੇ ਅੱਗੇ ਕੋਈ ਪਿਆਸਾ ਆਇਆ ਉਹ ਸਾਰਿਆਂ ਨੂੰ ਜਲ ਛਕਾਈ ਗਏ, ਕਿਉਂਕਿ ਉਹ ਵੇਖ ਕੇ ਤੇ ਉਸੇ ਦਾ ਰੂਪ ਹੋ ਗਏ ਸਨ। ਜਿਵੇਂ ਪਰਮਾਤਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਉਵੇਂ ਭਾਈ ਕਨ੍ਹਈਆ ਜੀ ਦੇ ਅੰਦਰੋਂ ਵੀ ਵਿਤਕਰਾ ਜਿਹੜਾ ਸੀ ਖਤਮ ਹੋ ਗਿਆ। ਉਹ ਸਾਰਿਆਂ ਨੂੰ ਜਲ ਛਕਾਉਣ ਲੱਗ ਗਏ। ਹੁਣ ਜਿਨ੍ਹਾਂ ਨੇ ਵੇਖਿਆ ਉਹਨਾਂ ਦੀ ਹਾਲਤ ਪਈ ਤੇ ਜਿਨ੍ਹਾਂ ਨੇ ਨਹੀਂ ਵੇਖਿਆ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਨਹੀਂ ਹੋਏਗੀ। ਉਹਨਾਂ ਦੇ ਅੰਦਰ ਦਵੈਸ਼ ਹੋਏਗਾ, ਈਰਖਾ ਹੋਏਗੀ ਤੇ ਵਿਤਕਰੇ ਦਾ ਜੀਵਨ ਉਹਨਾਂ ਦਾ ਹੋਏਗਾ। ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਜਿਹੜਾ ਪਹਿਲੂ ਆਪ ਵੇਖੇ ਤੇ ਦੂਜਿਆਂ ਨੂੰ ਫਿਰ ਵਿਖਾਉਣ ਦਾ ਹੈ ਜੀ। ਕਿਆ ਜਪ ਜਾਪੋ ਬਿਨ ਜਗਦੀਸ਼ੈ। ਹੁਣ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਨੇ। ਇਹ ਰਾਹੋਂ ਵਾਲੀਆਂ ਤੁਕਾਂ ਨੇ ਦੋ, ਇਹਨਾਂ ਦੇ ਵਿੱਚ ਪੂਰੇ ਸ਼ਬਦ ਦਾ ਜੋ ਅੰਤਰੀ ਅਰਥ ਹੈ ਉਹ ਸੱਚੇ ਸਤਿਗੁਰ ਦੱਸ ਰਹੇ ਨੇ। ਕਿਆ ਜਪ ਜਾਪੋ ਬਿਨ ਜਗਦੀਸ਼ੈ। ਕਿਆ ਜਪ ਜਾਪੋ। ਜਪ ਅਸੀਂ ਜਦੋਂ ਵਾਰੀ ਵਾਹਿਗੁਰੂ ਆਖਦੇ ਹਾਂ ਤੇ ਇਹ ਜਪ ਬਣ ਗਿਆ ਹੈ। ਗੁਰਬਾਣੀ ਨੂੰ ਜਦੋਂ ਅਸੀਂ ਮਨ ਦੇ ਨਾਲ ਅੰਤਰ ਧਿਆਨ ਹੋ ਕੇ ਜਪਦੇ ਹਾਂ ਉਹ ਜਪ ਬਣ ਜਾਂਦਾ ਹੈ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਬਿਨਾਂ ਅਕਾਲ ਪੁਰਖ ਵਾਹਿਗੁਰੂ ਤੋਂ ਕਿਸੇ ਹੋਰ ਦਾ ਜਪ ਜਿਹੜਾ ਜਪਣਾ ਨਾ ਉਹ ਵੀ ਕੋਈ ਜਪ ਜਪਣਾ ਹੈ। ਕਿਆ ਜਪ ਜਾਪੋ। ਕੀ ਜਪ ਜਪ ਰਹੇ ਹੋ? ਬਿਨ ਜਗਦੀਸ਼ੇ, ਬਿਨਾਂ ਅਕਾਲ ਪੁਰਖ ਵਾਹਿਗੁਰੂ ਤੋਂ। ਇਸ ਦਾ ਮੈਂ ਥੋੜਾ ਜਿਹਾ ਖੁਲਾਸਾ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਜੋ ਬਾਣੀ ਰਚਨਾ ਕੀਤੀ ਹੈ ਨਾ, ਇਹ ਦੱਖਣ ਦਿਸ਼ਾ ਦੇ ਵਿੱਚ ਜਦੋਂ ਗਏ ਸਨ ਉੱਥੇ ਸੱਚੇ ਸਤਿਗੁਰ ਨੇ ਇਹ ਥਿੱਤੀ ਬਾਣੀ ਹੈ ਜਿਹੜੀ ਇਹ ਰਚਨਾ ਕੀਤੀ। ਇੱਕ ਥਿੱਤੀ ਗੌੜੀ ਵੀ ਆਉਂਦੀ ਹੈ, ਉਹ ਗੌੜੀ ਰਾਗ ਦੇ ਵਿੱਚ ਉੱਥੇ ਵੀ ਥਿੱਤਾਂ ਦਾ ਨਿਰਣਾ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਕੀਤਾ ਹੈ। ਉੱਥੇ ਇੱਕ ਪੰਡਤ ਜੀ ਦੇ ਨਾਲ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਚਰਚਾ ਹੋਈ ਸੀ ਤੇ ਗੁਰੂ ਜੀ ਨੇ ਉਹਨੂੰ ਆਖਿਆ ਵੀ ਤੂੰ ਇਸ ਤਰ੍ਹਾਂ ਕਰ, ਪਰਮਾਤਮਾ ਦਾ ਨਾਮ ਜਪਿਆ ਕਰ। ਜਦੋਂ ਤੂੰ ਰਾਮ ਆਖਦਾ ਨਾ ਉਦੋਂ ਤੇਰੀ ਸੁਰਤੀ ਜੋ ਰਮਿਆ ਹੋਇਆ ਸਾਰਿਆਂ ਦੇ ਵਿੱਚ ਉੱਧਰ ਜਾਣੀ ਚਾਹੀਦੀ ਹੈ, ਅਯੋਧਿਆ ਵਾਲੇ ਰਾਮ ਵਾਲੇ ਪਾਸੇ ਨਹੀਂ ਜਾਣੀ ਚਾਹੀਦੀ। ਜਦੋਂ ਤੂੰ ਕ੍ਰਿਸ਼ਨ ਆਖਦਾ ਨਾ ਉਦੋਂ ਤੇਰੀ ਸੁਰਤੀ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਨੂੰ ਕ੍ਰਿਸ ਕਰਨ ਵਾਲਾ, ਕ੍ਰਿਸ ਦਾ ਅਰਥ ਹੁੰਦਾ ਖਿੱਚ, ਜੋ ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਖਿੱਚ ਪੈਦਾ ਕਰਨ ਵਾਲਾ ਨਾ, ਉਸ ਪਰਮਾਤਮਾ ਦੇ ਨਾਲ ਜੁੜਨੀ ਚਾਹੀਦੀ ਹੈ। ਤੇ ਜਿਹੜਾ ਕ੍ਰਿਸ਼ਨ ਹੋਇਆ ਨਾ ਉਧਰ ਨਹੀਂ ਹੋਣੀ ਚਾਹੀਦੀ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਵੀ ਵੇਖੋ ਆਣ ਕੇ ਸਾਨੂੰ ਇਹ ਨਹੀਂ ਆਖਿਆ ਵੀ ਗੁਰੂ ਨਾਨਕ ਆਖਿਆ ਕਰੋ। ਅਸੀਂ ਸਤਿਕਾਰ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਆਖਦੇ ਹਾਂ ਤੇ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦਾ ਸਾਰੀ ਗੁਰਬਾਣੀ ਦੇ ਅੰਦਰ ਨਾਮ ਵੀ ਦਰਜ ਹੈ। ਧੰਨ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਦੇ ਵੀ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਜੀ ਆਇਆ ਹੈ। ਇੱਥੋਂ ਤੱਕ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਜੋ ਸ਼ਬਦ ਨੇ ਨਾ ਉਹਨਾਂ ਦੇ ਅੰਦਰ ਵੀ ਗੁਰੂ ਨਾਨਕ ਦੇਵ ਜੀ ਦਾ ਹੀ ਨਾਮ ਦਰਜ ਹੈ। ਕਿਉਂਕਿ ਬਾਣੀ ਹੈ ਜਿਹੜੀ ਧੰਨ ਗੁਰੂ ਨਾਨਕ ਦੇਵ ਜੀ ਦੀ ਇਹ ਧੁਰ ਕੀ ਬਾਣੀ ਹੈ ਤੇ ਸਾਰੇ ਸਰੂਪ ਇੱਕੋ ਹੀ ਜੋਤ ਨੇ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਆਪ ਦਾ ਨਾਮ ਨਹੀਂ ਜਪਾਇਆ, ਜੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ। ਤੇ ਜਿਹੜੇ ਰਾਮ ਜਾਂ ਕ੍ਰਿਸ਼ਨ ਹੋਏ ਨੇ ਜਾਂ ਹੋਰ ਅਵਤਾਰ ਹੋਏ ਨੇ, ਹੋ ਸਕਦਾ ਉਹਨਾਂ ਨੇ ਵੀ ਆਪ ਦਾ ਨਾਮ ਨਾਲ ਉਹਨਾਂ ਦੇ ਨਾਮ ਜਪਣੇ ਸ਼ੁਰੂ ਕਰ ਦਿੱਤੇ ਹੋਣ। ਜਿਵੇਂ ਹੁਣ ਵੇਖੋ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦਾ ਨਾਮ ਲੈ ਕੇ ਕਈ ਸੰਪਰਦਾਇਆਂ ਚੱਲ ਰਹੀਆਂ ਨੇ
ਤੇ ਉਹ ਵੀ ਧੰਨ ਗੁਰੂ ਨਾਨਕ ਆਖਦੇ ਨੇ, ਵਾਹਿਗੁਰੂ ਨਹੀਂ ਆਖਦੇ। ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਗੁਰਮੰਤਰ ਦੇ ਨਾਲ ਸਾਨੂੰ ਜੋੜਿਆ। ਚਲੋ ਮੈਂ ਖੁਲਾਸਾ ਕਰ ਦਿਆਂ, ਜਿਨ੍ਹਾਂ ਨੂੰ ਅਸੀਂ ਨਾਨਕਸਰ ਵਾਲੇ ਆਖਦੇ ਹਾਂ, ਇਹ ਫਤਿਹ ਨਹੀਂ ਗਜਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਨਹੀਂ, ਇਹ ਜਦੋਂ ਮਿਲਦੇ ਨੇ ਨਾ ਤਕਰੀਬਨ ਇੱਕ ਦੂਜੇ ਨੂੰ ਧੰਨ ਗੁਰੂ ਨਾਨਕ ਦੇਵ ਜੀ ਹੀ ਆਖਦੇ ਨੇ। ਇਹ ਕੋਈ ਮਰਿਆਦਾ ਵਿੱਚ ਨਹੀਂ ਆਉਂਦਾ। ਚੰਗੀ ਗੱਲ ਹੈ ਗੁਰੂ ਨਾਨਕ ਦੇਵ ਜੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਆਖਣਾ। ਮੈਂ ਹੁਣ ਇੱਕ ਥੋੜ੍ਹਾ ਜਿਹਾ ਹੋਰ ਵੀ ਆਪ ਜੀ ਨੂੰ ਦੱਸ ਦਿਆਂ। ਪੁੱਛੋ ਜੋ ਮੁਖੀ ਸੇਵਾਦਾਰ ਨੇ ਬਾਬਾ ਸੁਖਦੇਵ ਸਿੰਘ ਜੀ, ਇਹਨਾਂ ਨੇ ਮੈਨੂੰ 15,000 ਰੁਪਏ ਦੇ ਵਿੱਚ ਰੱਖ ਲਿਆ ਦਸਮ ਦੀ ਕਥਾ ਕਰਨ ਵਾਸਤੇ। ਕਹਿੰਦੇ ਜੀ ਤੁਹਾਨੂੰ ਅਸੀਂ 15,000 ਰੁਪਇਆ ਮਹੀਨੇ ਦਾ ਦਿਆ ਕਰਾਂਗੇ। ਇੱਥੇ ਆਉਣ ਤੋਂ ਪਹਿਲੋਂ ਕਾਫੀ ਸਿਰ ਦੀ ਗੱਲ ਹੈ, ਤੇ ਇਹਨਾਂ ਦਾ ਕੋਈ ਚੈਨਲ ਚੱਲਦਾ ਜੋ ਭੋਰੇ ਦੇ ਵਿੱਚ ਤੁਸੀਂ ਦਸਮ ਗ੍ਰੰਥ ਦੀ ਕਥਾ ਕਰਨੀ ਹੈ। ਮੈਂ ਜੀ ਚਲੋ ਠੀਕ ਹੈ, ਮੈਂ ਦੁਪਹਿਰੇ ਆ ਜਾ ਕਰਾਂਗਾ 12 ਵਜੇ ਤੇ ਕਥਾ ਕਰ ਦੇਂਗੇ। ਇਹਨਾਂ ਨੇ ਮੈਨੂੰ ਕਮਰਾ ਵੀ ਦੇ ਦਿੱਤਾ। ਜਦੋਂ ਕਥਾ ਵਾਸਤੇ ਰੱਖ ਲਿਆ ਤੇ ਮੈਨੂੰ ਕਹਿੰਦੇ ਜੀ ਤੁਸੀਂ ਨਾ, ਸਾਡੀ ਸਾਰੀ ਗੱਲਬਾਤ ਹੋ ਗਈ, ਮੈਨੂੰ ਕਹਿੰਦੇ ਜੀ ਤੁਸੀਂ ਨਾ ਫਤਿਹ ਨਹੀਂ ਗਜਾਣੀ। ਮੈਂ ਕਿਹਾ ਹੱਦ ਹੋ ਗਈ, ਫਤਿਹ ਕਿਉਂ ਨਹੀਂ ਗਜਾਣੀ? ਚਲੋ ਮੈਂ ਗੱਲ ਨਾ ਵਧਾਵਾਂ, ਸਾਡੀ ਅਣਬਣ ਹੋ ਗਈ। ਮੈਂ ਕਿਹਾ ਜੀ ਮੈਂ ਤਾਂ ਮਰਿਆਦਾ ਤੋਂ ਬਾਹਰ ਨਾ ਅੱਜ ਜਾਵਾਂ ਤੇ ਨਾ ਕੱਲ ਜਾਵਾਂ, ਫਤਿਹ ਗਜਾਵਾਂਗਾ ਤੇ ਫਤਿਹ ਗਜਾ ਕੇ ਹੀ ਕਥਾ ਪ੍ਰਾਰੰਭ ਕਰਾਂਗਾ। ਜਦੋਂ ਕਥਾ ਦੀ ਸਮਾਪਤੀ ਹੋਏਗੀ ਉਦੋਂ ਵੀ ਫਤਿਹ ਗਜਾਵਾਂਗਾ। ਤੁਹਾਨੂੰ ਜੱਚਦਾ ਰੱਖ ਲਓ, ਨਹੀਂ ਤਾਂ ਤੁਹਾਡਾ 15,000 ਤੁਹਾਡੇ ਕੋਲ ਤੇ ਮੇਰੇ ਕੋਲ ਆਪਦੇ ਬੱਚੇ ਹੈਗੇ ਨੇ, ਮੈਂ ਉਹੀ ਪੜ੍ਹਾ ਲਿਆ ਕਰਾਂਗਾ। ਹੋਰ ਬੱਚੇ 4 ਟਿਊਸ਼ਨ ਤੇ ਵੱਧ ਰੱਖ ਲਵਾਂਗੇ ਜਦੋਂ ਮਿਹਨਤੀ ਕਰਨੀ ਹੈ। ਸੋ ਇਸ ਤਰ੍ਹਾਂ ਕਈ ਹੋਰ ਵੀ ਸੰਪਰਦਾਇਆਂ ਜਾਂ ਸੰਸਥਾਵਾਂ ਹੋਣਗੀਆਂ ਜਿਹੜੀਆਂ ਗੁਰਮਰਿਆਦਾ ਤੋਂ ਬਿਲਕੁਲ ਉਲਟ ਜਾ ਰਹੀਆਂ ਨੇ। ਤੇ ਵੇਖੋ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਾਨੂੰ ਕੀ ਆਖਿਆ, ਕਿਆ ਜਪ ਜਾਪੋ ਬਿਨ ਜਗਦੀਸ਼ੇ। ਵੀ ਵਾਹਿਗੁਰੂ ਨਾਮ ਤੋਂ ਬਿਨਾਂ ਹੋਰ ਕੋਈ ਜਾਪ ਜਪਣਾ? ਜਗਦੀਸ਼ ਪਰਮਾਤਮਾ ਨੂੰ ਆਖਦਾ ਹੈ। ਜੇ ਅਸੀਂ ਰਾਮ ਆਖਦੇ ਹਾਂ ਨਾ ਤੇ ਸਾਡੀ ਰਮੇ ਹੋਏ ਪਰਮਾਤਮਾ ਦੇ ਨਾਲ ਜੁੜਨੀ ਚਾਹੀਦੀ ਹੈ, ਅਯੋਧਿਆ ਵਾਲੇ ਰਾਮ ਦੇ ਨਾਲ ਨਹੀਂ ਜੁੜਨੀ ਚਾਹੀਦੀ। ਅਸਲ ਦੇ ਵਿੱਚ ਜੇ ਅਸੀਂ ਸਿੱਖ ਧਰਮ ਦੇ ਵਿੱਚ ਆ ਤੇ ਸਿੱਖ ਧਰਮ ਨੂੰ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਗੁਰਮੰਤਰ ਦਿੱਤਾ। ਸਾਡਾ ਸਾਰਿਆਂ ਦਾ ਫਰਜ਼ ਹੀ ਬਣਿਆ। ਗੁਰਬਾਣੀ ਦੇ ਅੰਦਰ ਹਰੀ ਦਾ ਨਾਮ ਵੀ ਆਉਂਦਾ ਹੈ, ਰਾਮ ਦਾ ਨਾਮ ਵੀ ਆਉਂਦਾ, ਕ੍ਰਿਸ਼ਨ ਆਉਂਦਾ, ਪਰ ਇਹ ਉਹ ਨਹੀਂ ਜਿਹੜੇ ਅਵਤਾਰ ਹੋਏ ਨੇ। ਇੱਥੇ ਇਸ਼ਾਰਾ ਹੈ ਜਿਹੜਾ ਉਹ ਅਕਾਲ ਪੁਰਖ ਵੱਲ ਹੈ। 1-2 ਥਾਵਾਂ ਤੇ ਆਉਂਦਾ ਹੈ। ਜਿਵੇਂ ਗੁਰੂ ਮਹਾਰਾਜ ਜੀ ਜਦੋਂ ਇਤਿਹਾਸ ਦੀ ਗੱਲ ਕਰਦੇ ਨੇ, ਰਾਮਚੰਦਰ ਦੀ ਗੱਲ ਕਰਦੇ, ਸੀਤਾ ਲੈ ਗਏ ਦੈਸਰੋ, ਇੱਥੇ ਜੋ ਸ਼ਬਦ ਆਏ ਨੇ ਨਾ, ਨਾਮ ਆਏ ਨੇ ਰਾਵਣ ਦਾ ਤੇ ਰਾਮ ਦਾ, ਉਹ ਆਖਣਾ ਇਸੇ ਤਰ੍ਹਾਂ ਆਪੋ ਆਪਣੇ ਧਰਮਾਂ ਦੇ ਅਨੁਸਾਰ ਜੋ ਨਾਮ ਨੇ ਉਹਨਾਂ ਨਾਮਾਂ ਨੂੰ ਯਾਦ ਕਰਨਾ ਹੈ, ਉਸ ਪਰਮਾਤਮਾ ਨੂੰ ਯਾਦ ਕਰਨਾ ਹੈ। ਕਿਆ ਜਪ ਜਾਪੋ ਬਿਨ ਜਗਦੀਸ਼ੇ। ਇਸ ਤਰ੍ਹਾਂ ਭਾਈ ਧੰਨ ਗੁਰੂ ਨਾਨਕ ਦੇਵ ਜੀ ਨੇ ਉਦੋਂ ਉਸ ਪੰਡਤ ਨੂੰ ਗਿਆਨ ਦਿੱਤਾ ਸੀ ਜੋ ਦੱਖਣ ਦਿਸ਼ਾ ਦੇ ਵਿੱਚ, ਜਿੱਥੇ ਗੁਰੂ ਮਹਾਰਾਜ ਜੀ ਨੇ ਰਾਮਕਲੀ, ਜਿਹੜੇ ਰਾਮਕਲੀ ਦੱਖਣੀ ਓਂਕਾਰ ਕਹਿ ਦਿੰਦੇ ਆ, ਇਹ ਦੱਖਣ ਦਿਸ਼ਾ ਦੀ ਬਾਣੀ ਹੈ ਤੇ ਓਂਕਾਰ ਇਹ ਬਾਣੀ ਦਾ ਨਾਂ ਹੈ। ਇੱਥੇ ਓਂਕਾਰ ਮੰਦਿਰ ਵੀ ਬਣਿਆ ਹੈ। ਓਂਕਾਰ ਸਟੇਸ਼ਨ ਦਾ ਨਾਮ ਹੀ ਹੈ। ਜਿਹੜੇ ਹਜੂਰ ਸਾਹਿਬ ਗਏ ਹੋਣਗੇ ਉਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਗੱਲ ਦੀ ਸਮਝ ਆ ਜਾਵੇਗੀ। ਉਦੋਂ ਹੀ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਭਜਨਾ ਕੀਤੀ ਤੇ ਸਾਨੂੰ ਸਾਰਿਆਂ ਨੂੰ ਪ੍ਰੇਰਿਆ, ਭਾਈ ਵਾਹਿਗੁਰੂ ਦਾ ਨਾਮ ਜਪਣਾ ਹੈ ਜੀ। ਗੁਰ ਕਾ ਸ਼ਬਦ ਮਹਿਲ ਕਰ ਦੀਸੈ। ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਜੁੜਾਂਗੇ, ਗੁਰੂ ਦੇ ਸ਼ਬਦ ਦੀ ਕਮਾਈ ਕਰਾਂਗੇ ਤੇ ਫਿਰ ਸਾਨੂੰ ਆਪਣੇ ਸਰੀਰ ਦੇ ਵਿੱਚ ਹੀ ਸਰੂਪ ਦੇ ਦਰਸ਼ਨ ਹੋ ਜਾਣਗੇ। ਇਹ ਰਾਓ ਵਾਲੀਆਂ ਤੁਕਾਂ ਨੇ, ਮੈਂ ਥੋੜੀ ਜਿਹੀ ਖੇਚਲਾ ਹੋਰ ਕਰਦੇ ਹਾਂ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਿਆ ਜਪ ਜਾਪੋ ਬਿਨ ਜਗਦੀਸ਼ੇ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਹੋਰ ਦੇਵੀ ਦੇਵਤੇ ਦਾ ਜਿਹੜਾ ਨਾਮ ਜਪਣਾ ਹੈ ਨਾ, ਇਹ ਕੋਈ ਜਪ ਨਹੀਂ ਹੈਗਾ। ਇਹਦੇ ਨਾਲ ਸਾਡਾ ਭਲਾ ਨਹੀਂ ਹੋਏਗਾ। ਗੁਰ ਕਾ ਸ਼ਬਦ, ਜੋ ਸਾਨੂੰ ਸਾਡੇ ਗੁਰੂ ਨੇ ਸ਼ਬਦ ਦਿੱਤਾ ਹੈ, ਜਦੋਂ ਅਸੀਂ ਆਪਣੇ ਗੁਰੂ ਦੁਆਰਾ ਦਿੱਤੇ ਗਏ ਸ਼ਬਦ ਦਾ ਜਾਪ ਕਰਾਂਗੇ, ਮਹਿਲ ਘਰ ਦੀਸੇ, ਘਰ ਦਾ ਅਰਥ ਹੈ ਸਰੀਰ ਤੇ ਮਹਿਲ ਦਾ ਅਰਥ ਹੈ ਸਰੂਪ, ਜਿਹਨੂੰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਆਖ ਰਹੇ ਨੇ, ਅਗਮ ਅਗੋਚਰ ਰੂਪ ਨਾ ਰੇਖਿਆ। ਉਸ ਸਰੂਪ ਦੇ ਜਿਹੜੇ ਦਰਸ਼ਨ ਨੇ ਉਹ ਸਾਡੇ ਸਰੀਰ ਦੇ ਵਿੱਚ ਉਦੋਂ ਹੋਣਗੇ। ਹੁਣ ਜਿਹੜਾ ਨਾਮ ਦੀ ਕਮਾਈ ਕਰੇਗਾ, ਜਾਪ ਕਰੇਗਾ, ਉਹਨੂੰ ਦਰਸ਼ਨ ਹੋਣਗੇ। ਜੋ ਦੇਖ ਦਿਖਾਵੇ ਤਿਸ ਕਉ ਬਲ ਜਾਈ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜਾ ਜਾਪ ਕਰੇਗਾ ਉਹਨੂੰ ਦਿਸੇਗਾ, ਜਿਹੜਾ ਅਭਿਆਸੀ ਹੋਏਗਾ ਉਹਨੂੰ ਦਿਸੇਗਾ, ਜਿਹੜਾ ਕਮਾਈ ਕਰੇਗਾ ਉਹਨੂੰ ਦਿਸੇਗਾ।
ਜਿਹਨੇ ਆਪ ਵੇਖਿਆ ਜੇ ਇਹ ਦੂਜਿਆਂ ਨੂੰ ਵਿਖਾਉਂਦਾ ਤੇ ਫਿਰ ਗੁਰੂ ਮਹਾਰਾਜ ਜੀ ਵਾਰਨੇ ਬਲਿਹਾਰਨੇ ਜਾਂਦੇ ਨੇ। ਇਕੱਲਾ ਸੁਣ ਸੁਣਾਉਣ ਵਾਲੀ ਗੱਲ ਹੈ ਨਾ ਜਿਹੜੀ, ਉਹ ਪ੍ਰਵਾਨ ਨਹੀਂ। ਇੱਥੇ ਪ੍ਰੈਕਟੀਕਲੀ ਮਿਹਨਤ ਕਰਨੀ ਪੈਂਦੀ ਹੈ। ਗੁਰੂ ਨਾਨਕ ਦੇਵ ਜੀ ਦਾ ਮਾਰਗ ਹੈ ਤੇ ਇਸ ਮਾਰਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਖੰਡ ਤੋਂ ਦੂਰ ਕੀਤਾ ਹੈ। ਗੁਰਮੁਖਾ ਕਰ ਤੇ ਕਰਕੇ ਤੇ ਆਪ ਵੀ ਸੁਖੀ ਹੋ ਤੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਨੂੰ ਵੀ ਸੁਖੀ ਰੱਖ, ਜਾਂ ਜੋ ਤੇਰੇ ਨਾਲ ਜੁੜੇ ਨੇ ਉਹ ਵੀ ਸੁਖੀ ਰਹਿਣ। ਉਹਨਾਂ ਨੂੰ ਵੀ ਸਿਖਾ ਵੀ ਜੇ ਆਪ ਕਰੋਗੇ ਤੇ ਕੁਝ ਮਿਲੇਗਾ, ਬਿਨਾਂ ਕੁਝ ਕਰੇ ਤੋਂ ਇੱਥੇ ਕੁਝ ਨਹੀਂ ਮਿਲਦਾ। ਸੋ ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਵਿਚਾਰਾਂ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੇ ਦ੍ਰਿਸ਼ਟਾਂਤ ਤੇ ਨੁਕਤੇ ਦੇਣੇ ਪੈਂਦੇ ਨੇ। ਸੋ ਕਈ ਵਾਰੀ ਕੋਈ ਗੱਲ ਕਿਸੇ ਤੇ ਢੁੱਕ ਜਾਂਦੀ ਹੈ, ਲਾ ਕੇ ਨਹੀਂ ਆਖੀ ਜਾਂਦੀ। ਕੁਦਰਤੀ ਤੌਰ ਤੇ ਅਸੀਂ ਸਮਾਜਿਕਾਂ ਤੇ ਸਮਾਜ ਦੀਆਂ ਜਦੋਂ ਗੱਲਾਂ ਕਰਦੇ ਹਾਂ ਫਿਰ ਉਹ ਗੱਲ ਹੈ ਜਿਹੜੀ ਕਿਸੇ ਨਾ ਕਿਸੇ ਤੇ ਜ਼ਰੂਰ ਢੁੱਕਦੀ ਹੈ। ਸੋ ਜੇ ਕਿਸੇ ਗੁਰਮੁਖ ਪਿਆਰੇ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚੀ ਹੋਵੇ ਤੇ ਦਾਸ ਦੋਵੇਂ ਹੱਥ ਜੋੜ ਕੇ ਮਾਫੀ ਦਾ ਜਾਚ ਕੇ ਮਾਫੀ ਮੰਗਦਾ ਹੈ। ਮਾਫ ਕਰ ਦੇਣਾ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਕਿਆ ਜਪ ਜਾਪੋ ਬਿਨ ਜਗਦੀਸੈ, ਗੁਰ ਕੈ ਸ਼ਬਦ ਮਹਿਲ ਘਰ ਦੀਸੈ। ਆਏ ਪ੍ਰਭ ਸਰਨ